ਜੀ ਅਸਲਾਮ ਵਾਲੇਕੁਮ। ਮੈਂ ਮੁਹੰਮਦ ਸਰਫਰਾਜ਼ ਇਸ ਵੇਲੇ 76 ਮਰਾਦ ਤਹਿਸੀਲ ਚਿਸ਼ਤੀਆਂ ਡਿਸਟ੍ਰਿਕਟ ਬਹਾਵਲ ਨਗਰ ਦੇ ਵਿੱਚ ਖੜਾ ਜੀ। ਪਪੀਤੇ ਦੇ ਇੱਕ ਬਾਗ ਦੇ ਵਿੱਚ ਇਹ ਪਪੀਤਾ ਇਹਨਾਂ ਨੇ ਲਗਾਇਆ ਜੀ। ਮੇਰੇ ਨਾਲ ਨੇ ਡਾਕਟਰ ਖੁਰਮ ਸਾਹਿਬ, ਸ਼ਾਹਦ ਵਰਿਆ ਸਾਹਿਬ, ਨਾ ਸ਼ਾਹਦ ਰਾਣਾ ਸਾਹਿਬ। ਤੁਹਾਡਾ ਲੰਬੜਦਾਰ ਜੀ ਕੀ ਨਾਂ? ਨਮਾਨ ਵਰਿਆ ਸਾਹਿਬ ਜੀ। ਇਹ 428 6R ਦੇ ਲੰਬੜਦਾਰ ਨੇ ਜੀ। ਸਾਡਾ ਅੱਜ ਮੌਜੂ ਆ ਪੰਜਾਬ ਦੇ ਵਿੱਚ ਪਪੀਤੇ ਦੀ ਕਾਸ਼ਤ। ਸਾਡੀ ਜ਼ਮੀਨ ਬੜੀ ਜ਼ਰਖੇਜ਼ ਹੈ, ਲੇਕਿਨ ਇਹਨੂੰ ਪਾਣੀ ਦੀ ਕਮੀ ਲੈ ਗਈ ਤੇ ਸਾਡਾ ਕਾਸ਼ਤਕਾਰ ਬੜਾ ਮਿਹਨਤੀ ਹੈ, ਲੇਕਿਨ ਗੌਰਮੈਂਟ ਸੈਕਟਰ ਤੇ ਇਹਦੀ ਕੋਈ ਹਮਦਰਦ ਨਹੀਂ। ਅੱਛਾ, ਮੈਨੂੰ ਇਹ ਦੱਸੋ ਨੁਮਾਨ ਸਾਹਿਬ, ਇਹਨੂੰ ਕਿੰਨੀ ਦੇਰ ਹੋ ਗਈ ਇਸ ਬਾਗ ਨੂੰ ਲੱਗੇ ਨੂੰ? ਇਹਨੂੰ ਤਕਰੀਬਨ ਸ਼ਿਫਟ ਕੀਤੇ ਨੂੰ ਪਹਿਲੇ ਚ 9-10 ਮਾਹ ਹੋ ਗਏ ਨੇ। ਕਦੋਂ ਕੀਤਾ ਸੀ ਇਹ ਸ਼ਿਫਟ? ਫਰਵਰੀ ਜੀ। ਫਰਵਰੀ 2018 ਦੇ ਵਿੱਚ ਕੀਤਾ ਸੀ ਤੇ ਇਸ ਵੇਲੇ ਹੈ ਜਨਵਰੀ ਦੀ 5 2019 ਦੀ। ਤਕਰੀਬਨ 11 ਕੁ ਮਹੀਨੇ ਹੋ ਗਏ ਆ। ਤੇ ਇਹ ਫਲ ਲੱਗਦੇ ਆ ਇਹਨੂੰ ਕਿੰਨੇ ਮਹੀਨੇ ਹੋ ਗਏ? ਫਲ ਤਕਰੀਬਨ 3-4 ਮਹੀਨੇ ਤੋਂ ਬਾਅਦ ਇਹਨੇ ਸਟਾਰਟਿੰਗ ਸ਼ੁਰੂ ਕਰ ਲਿਆ। ਯਾਨੀ ਪੈਲੀ 'ਚ ਸ਼ਿਫਟ ਕਰਨ ਤੋਂ ਬਾਅਦ ਇਹ ਸਾਲ ਦੇ ਅੰਦਰ ਅੰਦਰ ਫਲ ਲਾਣਾ ਸ਼ੁਰੂ ਕਰ ਦਿੰਦੇ। ਇੱਕ ਪੈਲੀ ਦੇ ਵਿੱਚ ਕਿੰਨੇ ਬੂਟੇ ਲਾਉਂਦੇ ਜੀ? 1200, 1000, 1100। 1200, 1000, 1100। ਇਹ ਤਕਰੀਬਨ ਕਿੰਨਾ ਇੱਕ ਪੌਦੇ ਨਾਲੋਂ ਲੈ ਜਾਂਦਾ ਸਾਲ ਦੇ ਵਿੱਚ? ਸਾਲ ਦੇ ਵਿੱਚ ਤਕਰੀਬਨ ਇਹ ਏਕੜ ਦੇ ਵਿੱਚੋਂ 4 ਤਕਰੀਬਨ ਫਰੂਟ ਤੋਂ ਰੋੜਦੇ ਆਇਆ 2 ਮਾਹ 2.5 ਮਾਹ ਹੋਏ ਨੇ। ਹਾਂਜੀ। ਉਹਦੇ ਵਿੱਚ 600 ਪੇਟੀ ਜਿਹੜੀ ਹੈ 2 ਏਕੜਾਂ ਚੋਂ 600-700 ਪੇਟੀ ਤੋੜੀ ਹੈ। ਇੱਕ ਪੇਟੀ ਇੱਕ ਪੇਟੀ 'ਚ 11 ਕਿਲੋ ਵੇਟ ਹੁੰਦਾ। 1 ਕਿਲੋ 11 ਕਿਲੋ ਦੀ ਇੱਕ ਪੇਟੀ ਹੁੰਦੀ। ਤਕਰੀਬਨ 600-700 ਪੇਟੀ ਜਿਹੜੀ ਹੈ ਟੁੱਟ ਗਈ 2 ਮਹੀਨਿਆਂ ਦੇ ਵਿੱਚ। ਜੀ। ਤੇ ਹਜੇ ਬਹੁਤ ਫਰੂਟ ਮਾਸ਼ਾਅੱਲਾ ਇਹਦੇ ਵਿੱਚ ਹੈ। ਇੱਕ ਪੇਟੀ ਐਵਰੇਜ ਕਿੰਨੇ ਦੀ ਵਿਕ ਜਾਂਦੀ ਹੈ? ਤਕਰੀਬਨ 1100, 1000, 1200। ਇਹ ਕਿੰਨੇ ਦਾ ਬੀ ਕਿੱਥੋਂ ਲੱਭਦਾ ਇਹਦਾ? ਇਹਦਾ ਜੀ ਗੁਜਰਾਂ ਵਾਲੇ ਵੀ ਲੱਭਦਾ ਹੈ ਗੁਜਰਾਂ ਵਾਲਿਓ? ਜੀ। ਅੱਛਾ। ਤੇ ਉਹ ਇੱਕੋ ਹੀ ਸੀਡ ਹੈ ਜਿਹੜੀ ਬਾਹਰੋਂ ਇੰਪੋਰਟ ਕਰਦੇ ਜੀ। ਇੱਕੋ ਕੰਪਨੀ ਹੈ ਜੀ। ਤੇ ਇਹ ਫਿਰ ਪਨੀਰੀ ਆਪ ਲਾਣੇ ਜੀ? ਜੀ। ਕਿਸ ਤਰ੍ਹਾਂ ਲਾਣੇ ਪਨੀਰੀ? ਪਨੀਰੀ ਥੈਲੀਆਂ 'ਚ ਲੱਗਦੇ ਜੀ। ਅੱਛਾ ਜੀ। ਥੈਲੀਆਂ ਦੇ ਵਿੱਚ ਇੱਕ ਇੱਕ ਕਰਕੇ ਦਾਣਾ ਲਾਣਾ ਪੈਂਦਾ। ਅੱਛਾ ਜੀ। ਉਹ ਤਕਰੀਬਨ 1 ਮਾਹ ਦੇ ਵਿੱਚ ਛਾਪਰ ਦੇ ਥੱਲੇ ਆਪਣੀ ਟਨਲ ਬਣਾ ਕੇ ਟਨਲ ਦੇ ਵਿੱਚ। ਅੱਛਾ ਜੀ। ਜੀ। ਉਹਦੇ ਵਿੱਚ ਹੀ ਉਹ ਆਪਣਾ ਉਹਦੀ ਨਸ਼ੁਰਮਾ ਹੁੰਦੀ ਹੈ। ਹਾਂਜੀ। ਸਰਦੀਆਂ ਗੁਜ਼ਰਨ ਤੋਂ ਬਾਅਦ ਜੀ। ਉਹਨੂੰ ਪੈਲੀ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਜੀ। ਅੱਛਾ ਜੀ। ਤੇ ਉਹਦੇ ਪਨੀਰੀ ਆਮ ਮਿੱਟੀ ਆ ਜਾਂ ਕੋਈ ਢੇਰ ਜੀ, ਪਨੀਰੀ ਦੇ ਵਿੱਚ ਪਹਿਲੇ ਥੈਲੀਆਂ ਦੇ ਵਿੱਚ ਨਹਿਰ ਦੀ ਭਲ ਅੱਛਾ ਜੀ। ਭਰਨੀ ਪੈਂਦੀ ਹੈ। ਅੱਛਾ ਜੀ। ਤਕਰੀਬਨ ਉੱਤੇ 1 ਇੰਚ ਪੀਚ ਮਾਸਟਰ ਇੱਕ ਆਉਂਦਾ ਹੈ। ਇੱਕ ਬੋਰੀ ਹੁੰਦੀ ਹੈ 35 ਕਿਲੋ ਦੀ। ਅੱਛਾ ਜੀ। ਉਹ ਥੋੜੀ ਥੋੜੀ ਪਾਣੀ ਪੈਂਦੀ, ਉਹਦੇ ਵਿੱਚ ਦਾਣਾ ਲੱਗਦਾ ਜੀ। ਉਹ ਕਿੰਨੇ ਕੁ ਦੀ ਆਂਦੀ ਬੋਰੀ? ਉਹ ਤਕਰੀਬਨ 4-5 ਹਜ਼ਾਰ ਦੇ ਆ ਜੀ। 4-5 ਹਜ਼ਾਰ ਦੀ ਆਂਦੀ। ਇਹਦਾ ਬੀ ਕੀ ਭਾਅ ਲੱਭਦਾ? ਬੀਜ ਇਹਦਾ 9500 ਦਾ ਤੋਲਾ ਜੀ। 9500 ਦਾ ਇੱਕ ਤੋਲਾ? ਜੀ। ਤੇ ਕਿੰਨੇ ਤੋਲੇ ਇੱਕ ਪੈਲੀ ਲਈ ਚਾਹੀਦੇ ਹੁੰਦੇ ਆ? 2 ਤੋਲੇ ਲਾਈਦੇ ਨੇ। ਅਗਰ ਪਨੀਰੀ ਜਰਮੀਨੇਸ਼ਨ ਪੂਰੀ ਦੇ ਜਾਏ ਹਾਂ ਉਹ ਬੀ ਵੱਧ ਜਾਂਦਾ ਹੈ, ਹਾਂ। ਨਹੀਂ ਤੇ ਪੂਰਾ ਆ ਜਾਂਦਾ ਹੈ। 2 ਤੋਲੇ ਦੇ ਨਾਲ ਲੱਗ ਜਾਂਦੀ ਹੈ ਤਕਰੀਬਨ 19-20 ਹਜ਼ਾਰ ਦਾ ਬੀਜ ਲੱਗ ਜਾਂਦਾ। ਜੀ ਜੀ 5,000 ਦੀ ਉਹ ਜਿਹੜਾ ਤੁਸੀਂ ਕਹਿੰਦੇ ਵਿੱਚ ਪਾਣੀ ਪੈਂਦਾ ਢੇਰ, ਜੀ। ਉਹ ਹੁੰਦਾ ਪੀਚ ਮਾਸਟਰ ਜੀ। ਪੀਚ ਮਾਸਟਰ। ਤੇ ਉੱਤੇ ਟਨਲ ਬਣਾਉਣ ਤੱਕ ਕਿੰਨਾ ਖਰਚਾ ਆ ਜਾਂਦਾ ਜੀ? ਤਕਰੀਬਨ 1 ਏਕੜ ਦਾ 30,000 ਖਰਚਾ ਆ ਜਾਂਦਾ ਜੀ। ਪਨੀਰੀ ਤੇ। ਜੀ ਜੀ। ਉਸ ਤੋਂ ਬਾਅਦ ਖੇਤਾਂ 'ਚ ਸ਼ਿਫਟ ਕਰਨਾ। ਖੇਤਾਂ 'ਚ ਇਹਦਾ ਕਿੰਨਾ ਫਾਸਲਾ ਹੁੰਦਾ? ਖੇਤਾਂ 'ਚ 5 ਫੁੱਟ ਇੱਕ ਪਾਸੇ ਨੂੰ ਤੇ 7-8 ਫੁੱਟ ਇੱਕ ਪਾਸੇ ਨੂੰ। 7-8 ਫੁੱਟ ਇੱਕ ਪਾਸੇ ਨੂੰ ਹੋ ਜਾਏ, 5 ਫੁੱਟ ਇੱਕ ਪਾਸੇ ਨੂੰ ਹੋ ਜਾਏ। ਤੇ ਇਹ ਸਾਲ ਦੇ ਅੰਦਰ ਅੰਦਰ ਸ਼ੁਰੂ ਕਰ ਦਿੰਦਾ ਹੈ ਜੀ। ਇਹ ਤਕਰੀਬਨ ਸ਼ਿਫਟ ਕਰਨ ਤੋਂ ਬਾਅਦ 6-7 ਮਹੀਨਿਆਂ ਬਾਅਦ ਆਪਣਾ ਇਹਦਾ ਫਰੂਟ ਜਿਹੜਾ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਲਾਣ ਤੋਂ ਸ਼ਿਫਟ ਕਰਨ ਤੋਂ ਬਾਅਦ 6 ਮਹੀਨੇ ਤੋਂ ਬਾਅਦ 8 ਮਹੀਨੇ ਤੋਂ ਬਾਅਦ 8 ਮਹੀਨੇ ਤੋਂ ਬਾਅਦ ਇਹ ਸ਼ੁਰੂ ਹੋ ਜਾਂਦਾ। ਤੇ ਉਹ ਸਾਨੂੰ ਨਜ਼ਰ ਆ ਰਿਹਾ ਕਿ ਇਸ ਵੇਲੇ ਕਿਸ ਤਰ੍ਹਾਂ ਭਰੇ ਆ। ਜੀ। ਇਹਦੀ ਮਾਰਕੀਟ ਕਿੱਥੇ ਹੈ? ਮਾਰਕੀਟ ਇਹਦੀ ਹੈ ਜੀ ਇਸਲਾਮਾਬਾਦ, ਜੀ। ਲਾਹੌਰ ਹੈ ਜੀ। ਤੇ ਇੱਥੋਂ ਚਿਸ਼ਤੀਆਂ ਤੋਂ ਇਸਲਾਮਾਬਾਦ ਲਾਹੌਰ ਕਿਸ ਤਰ੍ਹਾਂ ਜਾਂਦਾ? ਇੱਥੋਂ ਕਈ ਦਫਾ ਤੇ ਉਹ ਖੁਦ ਵੀ ਆ ਕੇ ਲੈ ਜਾਂਦੇ ਨੇ ਕੱਚਾ ਤੋੜ ਕੇ। ਅੱਛਾ ਜੀ। ਤੇ ਲੇਕਿਨ ਅਗਰ ਆਮਦਨ ਵਾਸਤੇ
ਬਿਹਤਰ ਇਹੀ ਕਰਨਾ ਪੈਂਦਾ ਕਿ ਤੁੜਾਈ ਕਰਾ ਕੇ ਮਜ਼ਦੂਰਾਂ ਤੋਂ ਪੇਟੀਆਂ 'ਚ ਪੈਕ ਕਰਕੇ ਫਿਰ ਉੱਥੇ ਘਲਾਉਣਾ ਪੈਂਦਾ, ਬਿਲਟੀ ਕਰਾਉਣਾ ਪੈਂਦਾ ਜੀ। ਤੁਹਾਡਾ ਖਿਆਲ ਆ ਪੰਜਾਬ ਦੇ ਕਾਸ਼ਤਕਾਰਾਂ ਨੂੰ ਇਹ ਲਾਉਣਾ ਚਾਹੀਦਾ? ਲਾਉਣਾ ਚਾਹੀਦਾ ਅਗਰ ਗਵਰਨਮੈਂਟ ਸਾਥ ਦੇਵੇ। ਅਗਰ ਗਵਰਨਮੈਂਟ ਬਾਹਰ- ਸਾਥ ਨਹੀਂ ਦਿੰਦੀ ਫਿਰ ਇਹਦਾ ਇਹ ਵੇ ਕਿ ਸਾਡੇ ਇਲਾਕੇ 'ਚ ਮੰਗ ਥੋੜੀ ਹੈ ਜੀ ਤੇ ਸਿਰਫ 2 ਇਲਾਕੇ ਨੇ ਜਿਹੜੇ ਮੇਨ ਇਹਦੇ ਖਰੀਦਦਾਰ ਨੇ, ਜੀ ਉੱਥੇ ਪਹੁੰਚਾਉਣਾ ਜ਼ਰਾ ਮੁਸ਼ਕਲ ਹੈ। ਕਿਹੜੇ ਕਿਹੜੇ? ਲਾਹੌਰ, ਇਸਲਾਮਾਬਾਦ ਹੈ। ਅੱਛਾ ਜੀ। ਤੇ ਅਗਰ ਗਵਰਨਮੈਂਟ ਬਾਹਰ ਇਸ ਫਲ ਨੂੰ ਘਲਾਵੇ ਤੇ ਸਾਡੇ ਇਹਦੀ ਕਾਸ਼ਤ ਬਹੁਤ ਜ਼ਿਆਦਾ ਹੋਵੇ ਜੀ ਤੇ ਪੈਦਾਵਾਰ ਵੀ ਅੱਛੀ ਹੋਵੇ। ਸਹੀ ਹੋ ਗਿਆ। ਅੱਛਾ ਇਹ ਦੱਸੋ ਮੈਨੂੰ ਰਾਣਾ ਸਾਹਿਬ, ਇਹਦੇ ਆ ਪੱਤੇ ਜਿਹੜੇ ਨਜ਼ਰ ਆ ਰਹੇ ਪੀਲੇ ਪੀਲੇ ਕਿਉਂ ਹੋਏ ਆ? ਇਹ ਜੀ ਸਰਦੀ ਜ਼ਿਆਦਾ ਜਿਹੜੀ ਖੁਸ਼ਕ ਸਰਦੀ ਪੈਂਦੀ ਇਹਦੀ ਵਜ੍ਹਾ ਤੋਂ ਹੁੰਦੇ ਨੇ। ਜੀ। ਇਹ ਤਕਰੀਬਨ 1-2 ਮਾਹ ਰਹਿਣੇ ਨੇ ਜੀ। ਫਿਰ ਠੀਕ ਹੋ ਜਾਏਗਾ। ਠੀਕ ਆ, ਮੌਸਮੇ ਖਜ਼ਾਂ ਆ, ਸਰਦੀ ਆ, ਜੀ। ਕੋਰਾ ਪੈਣ ਡਿਆ, ਕੱਕਰ ਜਿਹਨੂੰ ਕਹਿੰਦੇ ਆ। ਜੀ। ਤੇ ਇਹ ਜਿਹੜੀਆਂ ਥੱਲੇ ਪਟੜੀਆਂ ਨਜ਼ਰ ਆ ਰਹੀਆਂ ਇਹ ਕਿਉਂ ਇੰਨੀਆਂ ਹਰੀਆਂ ਹਰੀਆਂ? ਇਹਦੇ 'ਚ ਜੀ ਫਾਸਫੋਰਸ ਜ਼ਿਆਦਾ ਮਕਦਾਰ 'ਚ ਪਾਣੀ ਪੈਂਦੀ ਹੈ ਅੱਛਾ ਕਿਉਂਕਿ ਪੌਦੇ ਜ਼ਿਆਦਾ ਬੜੇ ਹੋ ਚੁੱਕੇ ਨੇ। ਅੱਛਾ ਇਸ ਜੀ। ਵਜ੍ਹਾ ਤੋਂ ਜ਼ਿਆਦਾ ਡੀਏਪੀ ਪਾਣੀ ਪੈਂਦੀ, ਉਹ ਡੀਏਪੀ ਪਾਈ ਹੈ ਤਾਜ਼ਾ ਤਾਜ਼ਾ, ਜੀ। ਇਸ ਵਜ੍ਹਾ ਤੋਂ ਜ਼ਿਆਦਾ ਹਰਿਆਲੀ ਵਿਖਾ ਰਹੀ ਹੈ। ਸਹੀ ਹੋ ਗਿਆ ਜੀ। ਜੀ ਨਮਾਨ ਸਾਹਿਬ ਤੁਸੀਂ ਵੀ ਥੋੜਾ ਜਿਹਾ ਟਾਈਮ ਦਿਓ। ਹਾਂਜੀ ਨਮਾਨ ਸਾਹਿਬ ਤੁਸੀਂ ਇਹ ਦੱਸੋ ਇਹਨੂੰ ਪਾਣੀ ਜਿਹੜਾ ਆ ਕਿੰਨਾ ਕੁ ਲਾਣਾ ਪੈਂਦਾ? ਪਾਣੀ ਤਕਰੀਬਨ ਛੋਟੀ ਫਸਲ 'ਚ ਲੱਗ ਜਾਂਦਾ ਜੇ 8 ਦਿਨੀ, ਅੱਛਾ ਜੀ। ਤੇ ਜਦੋਂ ਫਸਲ ਬੜੀ ਹੋ ਜਾਂਦੀ ਹੈ ਤਕਰੀਬਨ ਕੋਈ 2 ਮਾਹ ਦਾ 3 ਮਾਹ ਦਾ ਪੌਦਾ ਹੋ ਜਾਂਦਾ ਹੈ, ਅੱਛਾ ਜੀ। ਫਿਰ ਇਹ 15 ਦਿਨ ਵੀ ਕੱਢ ਸਕਦਾ ਹੈ। ਯਾਨੀ ਛੋਟੀ 2-3 ਮਹੀਨੇ 8 ਦਿਨ ਹੀ ਲਾਣਾ ਪੈਂਦਾ, ਉਸ ਤੋਂ ਬਾਅਦ 15 ਦਿਨ ਵੀ? 15 ਦਿਨ ਵੀ ਚੱਲ ਸਕਦਾ ਹੈ। ਠੀਕ ਆ। ਉਹਦੇ ਤੋਂ ਇਲਾਵਾ ਕੀ ਤਕਲੀਫਾਂ ਜਾਂ ਕਾਸ਼ਤਕਾਰ ਨੂੰ ਇਹਦੇ ਵਿੱਚ ਮੁਸ਼ਕਲਾਂ ਪੇਸ਼ ਆਉਂਦੀਆਂ? ਮੁਸ਼ਕਲਾਂ ਏਡੀਆਂ ਜ਼ਿਆਦਾ ਤੇ ਕੋਈ ਨਹੀਂ ਜੇ, ਇਸ ਵਾਸਤੇ ਵੀ ਕੰਮ ਕਰਨਾ ਪੈਂਦਾ ਇਹਦੇ ਵਿੱਚ। ਜੀ। ਆ ਤੁਹਾਡੇ ਸਾਹਮਣੇ ਮੈਂ ਸਾਰਾ ਇਹਦੀ ਗੁਡਾਈ, ਇਹਦੀ ਛਤਰਾਈ, ਇਹਦਾ ਕੰਮ ਤੇ ਮੈਨੂੰ ਕੋਈ ਏਡਾ ਨਜ਼ਰ ਨਹੀਂ ਆਇਆ, ਇਹਦੇ ਵਿੱਚ ਇਹ ਆ ਕਿ ਗੰਦ ਸਾਫ਼ ਕੀਤਾ ਹੈ ਇਹਨਾਂ ਨੇ। ਅੰਕਲ ਜੀ ਸਾਫ਼ ਕਰਨਾ, ਉਸ ਤੋਂ ਬਾਅਦ ਇਹਦੇ ਆ ਪੱਤੇ ਜੇ ਬਹੁਤ ਦਿਖਦੇ ਨੇ, ਇਹ ਚੁਕਾ ਕੇ ਬਾਹਰ ਕੱਢਣਾ, ਜਿਹੜਾ ਕੋਈ ਫਲ ਡਿੱਗਿਆ ਉਹਨੂੰ ਚੁੱਕ ਕੇ ਬਾਹਰ ਸੁੱਟਣਾ। ਜੀ। ਇਸ ਤਰੀਕੇ ਹੁੰਦਾ ਜੇ, ਹੋਰ ਇਹਦੇ 'ਚ ਏਡੀ ਜ਼ਿਆਦਾ ਮੁਸ਼ਕਲ ਵੀ ਕੋਈ ਨਹੀਂ। ਅੱਛਾ। ਲੇਕਿਨ 2 ਮਜ਼ਦੂਰ ਜਿਹੜੇ ਨੂੰ ਪਰਮਾਨੈਂਟ 2 ਕਿੱਲਿਆਂ ਦੇ ਵਿੱਚ ਰਹਿਣੇ ਪੈਂਦੇ ਨੇ, ਜੀ। ਇਸ ਵਾਸਤੇ ਵੀ ਉਹਨੂੰ ਚੁੱਕ ਕੇ ਬਾਹਰ ਪੱਤੇ ਕੱਢਣੇ, ਫਲ ਜਿਹੜਾ ਗਿਰ ਜਾਂਦਾ ਨੀਚੇ ਉਹਨੂੰ ਕੱਢਣਾ, ਸਫਾਈ ਤੇ ਰੱਖਣੀ ਬਹੁਤ ਜ਼ਰੂਰੀ ਹੈ। ਸਫਾਈ ਰੱਖਣੀ ਬਹੁਤ ਜ਼ਰੂਰੀ। ਸਫਾਈ ਤਾਂ ਜੀ ਨਿਸਫ ਅਮਾਨ ਆ, ਸਾਡਾ ਮਜ਼ਹਬ ਸਾਡਾ ਦੀਨ ਵੀ ਇਹੀ ਸਿਖਾਉਂਦਾ ਹੈ ਤੇ ਉਹ ਕਰਨੀ ਚਾਹੀਦੀ। ਦੂਸਰਾ ਮੈਨੂੰ ਇਹ ਦੱਸੋ, ਇਹ ਪੌਦੇ ਦਾ ਜਿਹੜਾ ਬਹੁਤ ਘੱਟ ਫਾਸਲਾ ਆ, ਇਹਦੇ ਵਿੱਚੋਂ ਦੀ ਟਰੈਕਟਰ ਤੇ ਲੰਘ ਨਹੀਂ ਸਕਦਾ? ਜੀ ਛੋਟੇ ਜਿਹੇ ਪੌਦੇ ਸਨ ਨਾ 2 ਮਾਹ ਦੇ, ਹਾਂਜੀ। ਉਦੋਂ ਇਹਦੇ 'ਚ ਟਰੈਕਟਰ ਗੁਜ਼ਰਿਆ, ਇਹਦੇ ਵਿੱਚ ਰੂਟਾਵੇਟਰ ਫਿਰਿਆ ਜੇ। ਅੱਛਾ ਜੀ। ਤੇ ਖੇਲ ਸਾਜੇ ਜਿਹੜਾ ਰੂਟਾਵੇਟਰ ਨੇ ਕਤਰਾਈ ਕਰਕੇ ਬਰਾਬਰ ਕੀਤੀ ਜੇ, ਫਿਰ ਮਿੱਟੀ ਚੁੱਕ ਕੇ ਤੇ ਮੂਢਾਂ ਨਾਲ ਲਾਈ ਜੇ। ਅੱਛਾ ਜੀ। ਹਾਂਜੀ। ਇਹ ਮਿੱਟੀ ਜਿਹੜੀ ਹੈ ਪਹਿਲੇ ਪਲਾਂਟਰ ਕੀਤੀ ਸੀ ਜੀ। ਅੱਛਾ ਜੀ। ਤੇ ਇਹ ਜਿਹੜਾ ਹੈ, ਇਹਨੂੰ ਰੰਗ ਸਫੈਦੀ ਕੀਤਾ ਆ ਜੀ, ਇਹਦੀ ਕੈਮੀਕਲ ਜ਼ਹਿਰਾਂ ਮਲਾਈਆਂ ਨੇ, ਵਿੱਚ ਚੂਨਾ ਮਲਾਇਆ, ਨੀਲਾ ਤੋਤਾ ਮਲਾਇਆ। ਨਜ਼ਰ ਆ ਰਿਹਾ ਜਿਸ ਵੇਲੇ ਥੂਥਾ ਮਿਲਾਇਆ ਆ, ਜੀ ਜੀ ਇਹ ਵੀ ਕਰਨਾ ਜ਼ਰੂਰੀ ਹੁੰਦਾ? ਬਿਲਕੁਲ ਜ਼ਰੂਰੀ ਹੈ। ਤਕਰੀਬਨ 1.5 ਮਾਹ ਬਾਅਦ ਆਪਣੇ 15-20 ਦਿਨ ਤੋਂ ਬਾਅਦ ਜੀ। ਇਹ ਨੀਲੇ ਥੋਥੇ ਦੀ ਆਪਣੇ ਬੁਰਸ਼ ਦੇ ਨਾਲ ਜ਼ਰੂਰ ਲਾਣਾ ਪੈਂਦਾ, ਇਹਦੇ ਵਿੱਚ ਕੈਮੀਕਲ ਦਵਾਈਆਂ ਪੈਂਦੀਆਂ। ਹਰ 20 ਦਿਨ ਬਾਅਦ? 20 ਦਿਨ ਬਾਅਦ, ਮਹੀਨੇ ਬਾਅਦ, ਜਿਵੇਂ ਜ਼ਰੂਰਤ ਪੌਦੇ ਨੂੰ ਪਵੇ। ਅੱਛਾ ਜੀ। ਇਹ ਮਿੱਟੀ ਇਹਦੇ ਨਾਲ ਲਾਣੀ ਤੇ ਨਹੀਂ ਪੈਂਦੀ ਵਾਰ-ਵਾਰ? ਕੋਸ਼ਿਸ਼ ਇਹ ਕਰਨੀ ਹੈ ਵੀ ਮੋਢੇ ਦੇ ਨਾਲ ਪਾਣੀ ਨਾ ਲੱਗੇ। ਮੋਢੇ ਨਾਲ ਪਾਣੀ ਲੱਗੇ ਨਾ ਤੇ ਲੱਗੇ। ਫੰਗਸ ਦੇ ਨਾਲ ਪੌਦਾ ਗਿਰ ਜਾਏਗਾ। ਅੱਛਾ ਹੁਣ ਨਜ਼ਰ ਇਹ ਆ ਰਿਹਾ ਕਿ ਜਿਸ ਤਰ੍ਹਾਂ ਹੁਣ ਵੀ ਕਿਸੇ ਸ਼ਾਇਦ ਨਾਲ ਇਹਨੂੰ ਵਾਹਿਆ ਹੁੰਦਾ ਕੋਈ ਛੋਟਾ ਰੂਟਾਵੇਟਰ ਛੋਟਾ ਹੈ, ਰੂਟਾਵੇਟਰ ਬਣਾਇਆ ਹੈ ਉਹ ਕਾਹਦੇ ਨਾਲ ਚੱਲਦਾ ਜੀ? ਜਨਰੇਟਰ ਨਾਲ ਜੀ। ਜਨਰੇਟਰ ਨਾਲ ਚੱਲਦਾ। ਉਹ ਹੈਗਾ ਇੱਥੇ ਜੀ ਫਾਰਮ ਤੇ ਜੀ ਇਸ ਵੇਲੇ? ਉਹ ਅਸੀਂ ਦੇਖ ਸਕਦੇ ਹਾਂ? ਬਿਲਕੁਲ ਦੇਖ ਸਕਦੇ, ਚਲੋ। ਫੋਨ ਕਰਨਾ ਪਏਗਾ। ਅੱਛਾ ਮਤਲਬ ਉਹ ਅੱਜ ਉਹਨਾਂ ਦੇ ਸ਼ਾਦੀ ਉਹ ਹੈ ਨਹੀਂ? ਹਾਂਜੀ ਹਾਂਜੀ। ਠੀਕ ਹੋ ਗਿਆ, ਸਹੀ ਹੋ ਗਿਆ ਜੀ। ਤੇ ਤੁਸੀਂ ਕੀ ਕਹਿੰਦੇ ਆ ਕਿ ਇਹਦੇ ਸਾਨੂੰ ਕਾਸ਼ਤਕਾਰਾਂ ਨੂੰ ਇਹ ਲਾਣਾ ਚਾਹੀਦਾ? ਬਿਲਕੁਲ ਲਾਣਾ ਚਾਹੀਦਾ ਜੀ, ਮਾਸ਼ਾਅੱਲਾ ਬਹੁਤ ਅੱਛਾ ਫਸਲ ਹੈ। ਬੀ ਤੁਸੀਂ ਇਹ ਦੱਸਿਆ ਕਿ ਇਹਦਾ ਮਿਲ ਜਾਂਦਾ ਮਾਰਕੀਟ ਦੇ ਵਿੱਚੋਂ, ਬੀ ਹਾਈਬ੍ਰਿਡ ਲਾਣਾ ਚਾਹੀਦਾ ਜਾਂ ਦੇਸੀ ਲਾਣਾ ਇਹ ਚਾਹੀਦਾ? ਹਾਈਬ੍ਰਿਡ ਲੱਗਾ ਜੇ। ਅੱਛਾ ਜੀ। ਦੇਸੀ ਜਿਹੜਾ ਉਹਦਾ ਫਲ ਛੋਟਾ ਹੁੰਦਾ ਹੈ, ਉਹਦੇ 'ਚ ਆਮਦਨ ਦਾ ਘੱਟ ਹੁੰਦਾ। ਉਹਦੇ ਚ ਆਮਦਨ ਘੱਟ ਹੁੰਦੀ ਹੈ। ਇਹ ਜਿਹੜਾ ਹਾਈਬ੍ਰਿਡ ਹੈ ਤਕਰੀਬਨ 3, 3.5, 2.5, 3 ਕਿਲੋ ਤੱਕ ਦਾਣਾ ਜਾਂਦਾ, ਤੇਰੇ ਸਾਹਮਣੇ ਲੱਗੇ ਨੇ। ਜੀ। ਹਾਲਾਂਕਿ ਹੁਣ ਤੜਾਈ ਤਾਜ਼ੀ ਹੋਈ ਹੈ, ਜੀ। ਇਹ ਕੋਈ 10-20 ਦਿਨ ਚ ਹੋਰ ਸਾਈਜ਼ ਨਾਲ ਬੜਾ ਹੋ ਜਾਣਾ ਹੈ। ਅੱਛਾ ਜੀ। ਹੁਣ ਮਾਸ਼ਾਅੱਲਾ 1.5, 2, 2.5 ਕਿਲੋ ਤੱਕ ਦੇ ਦਾਣੇ ਹੈ ਨੇ। ਅੱਛਾ ਜੀ। ਹਾਂਜੀ। ਤੇ ਹੋਰ ਇਹਦੇ ਲਾਣ ਚ ਮੁਸ਼ਕਲਾਂ ਕੀ ਦਰਪੇਸ਼ ਹੁੰਦੀਆਂ? ਕੋਈ ਮੁਸ਼ਕਲ ਨਹੀਂ ਜੀ, ਐਡੀ ਬਸ ਬੰਦਾ ਮਿਹਨਤ ਕਰਨ ਵਾਲਾ ਹੋਵੇ, ਮਿਹਨਤ ਕਰਨੀ ਪਏਗੀ। ਕੋਈ ਮੁਸ਼ਕਲ ਨਹੀਂ। ਸਪਰੇਵਾਂ ਜਿਸ ਤਰ੍ਹਾਂ ਆਮ ਫਸਲਾਂ ਨੂੰ ਹੁੰਦੀਆਂ ਇਹਨੂੰ ਹੁੰਦੀਆਂ? ਹਾਂਜੀ ਆਮ ਫਸਲਾਂ ਖਾਦ ਤਿੰਨਾਂ ਚੌਂ ਕੰਪਨੀਆਂ ਦੀ ਸਪਰੇਅ ਹੁੰਦੀ ਜੀ, ਇੱਕ ਕੰਪਨੀ ਦੀ ਨਹੀਂ ਹੁੰਦੀ। ਹਾਂਜੀ। ਮਸਲਨ ਕੋਈ ਇੱਕ ਕੰਪਨੀ ਦੀ ਕਰ ਲਈਏ ਬਾਅਦ ਦੇ ਵਿੱਚ, ਹਾਂਜੀ। ਉਹ ਤੁਹਾਨੂੰ ਤੁਸੀਂ ਕਰ ਲਈ, ਤੁਹਾਨੂੰ ਉਸ ਕੰਪਨੀ ਦੀ ਨਾ ਕਰਨੀ ਪਏ, ਹੋਰ ਕੰਪਨੀ ਕੋਲ ਲੈਣੀ ਪਏਗੀ। ਮਹਿਕਮਾ ਜ਼ਰਾਤ ਵਾਲੇ ਵੀ ਕੋਈ ਤਾਵਨ ਕਰਦੇ ਆ ਜਾਂ ਪ੍ਰਾਈਵੇਟ ਕੰਪਨੀਆਂ ਦੇ ਨਾਲ ਹੀ ਰਾਬਤੇ ਕਰਨੇ ਪੈਂਦੇ? ਪ੍ਰਾਈਵੇਟ ਕੰਪਨੀਆਂ ਨੇ ਕਰਨਾ। ਮਹਿਕਮਾ ਜ਼ਰਾਤ ਸਿਰਫ ਤਨਖਾਹਾਂ ਹੀ ਲੈਂਦਾ? ਹਾਂਜੀ ਕੋਈ ਨਹੀਂ। ਅੱਛਾ ਜੀ। ਤੇ ਹੁਣ
ਇਹ ਬੀ ਲਓ, ਉਹਦੀ ਪਨੀਰੀ ਲਾਓ, ਖੇਤ 'ਚ ਮੁੰਤਕਲ ਕਰ ਦਿਓ। ਹਾਂਜੀ ਮਿਹਨਤ ਜਿਸ ਤਰ੍ਹਾਂ ਦੂਸਰੀਆਂ ਫਸਲਾਂ ਤੇ ਕਰਦੇ, ਇਹ ਉਸ ਤਰ੍ਹਾਂ ਹੀ ਹੁੰਦੀ, ਖਾਦਾਂ ਉਸ ਤਰ੍ਹਾਂ ਹੀ ਪੈਂਦੀਆਂ ਜਿੱਦਾਂ ਦੂਸਰੀਆਂ ਤੇ, ਹਾਂਜੀ ਸਪਰੇਅ ਵੀ ਉਦਾਂ ਹੀ ਹੁੰਦੀ ਆ। ਇਹ ਪੌਦੇ ਨੇ ਵੱਧਦਾ ਜਾਣਾ। ਹਾਂਜੀ ਤਕਰੀਬਨ 3 ਸਾਲ ਤੱਕ ਫੁੱਲ ਆਮਦਨ ਦੇ ਰਿਹਾ ਜੇ। ਅੱਛਾ ਜੀ। 3 ਸਾਲ ਤੋਂ ਬਾਅਦ ਇਹਦੀ ਥੋੜਾ ਜਿਹਾ ਸਾਈਜ਼ ਘਟ ਜਾਣਾ ਲੇਕਿਨ ਆਮਦਨ ਉਸ ਤਰੀਕੇ ਨਾਲ ਰਹਿਣੀ ਜੀ। ਅੱਛਾ, ਆ ਦੇਖੋ ਨਾ ਜੀ, ਉੱਪਰ ਇਹਦੇ ਫੁੱਲ ਲੱਗ ਰਿਹਾ, ਹਾਂਜੀ ਫੁੱਲ ਥੱਲੇ ਉਹ ਵੱਡੇ ਹੋਈ ਜਾ ਰਹੇ ਆ, ਉਹ ਆ ਰਹੇ ਆ, ਹਾਂਜੀ ਔਰ ਥੱਲੇ ਟੁੱਟ ਰਹੇ ਨੇ ਬਹੁਤ ਉੱਪਰ ਵੱਡੇ। ਇਹ ਥੱਲੇੋਂ ਟੁੱਟੀ ਜਾਣਾ, ਉੱਪਰ ਇਹਨੇ ਵਧੀ ਜਾਣਾ, ਹਾਂਜੀ ਔਰ ਪੌਦੇ ਨੇ ਲੰਬਾ ਹੋਈ ਜਾਣਾ। ਹਾਂਜੀ ਠੀਕ ਹੋ ਗਿਆ ਜੀ। ਡਾਕਟਰ ਖੁਰਮ ਸਾਹਿਬ, ਤੁਸੀਂ ਵੀ ਜ਼ਰਾ ਇੱਧਰ ਤਸ਼ਰੀਫ ਲਿਆਓ ਜੀ। ਜੀ ਡਾਕਟਰ ਖੁਰਮ ਸਾਹਿਬ ਜੀ ਜ਼ਰੀ ਯੂਨੀਵਰਸਿਟੀ ਫੈਸਲਾਬਾਦ ਦੇ ਫਾਰਗ ਤਹਿਸੀਲ ਨੇ ਜੀ। ਇਹਨਾਂ ਦਾ ਵੀ ਨਾ ਸਿਰਫ ਜ਼ਰਾਅਤ ਦੇ ਵਿੱਚ ਬਲਕਿ ਲਾਈਵ ਸਟਾਕ ਦੇ ਵਿੱਚ ਵੀ ਕਾਫੀ ਤਜਰਬਾ। ਡਾਕਟਰ ਸਾਹਿਬ, ਤੁਸੀਂ ਕੀ ਕਹਿੰਦੇ, ਪੰਜਾਬ ਦੇ ਵਿੱਚ ਫਸਲ ਜਿਹੜੀ ਸਾਡੇ ਪੰਜਾਬ ਦੀ ਹੈ ਨਹੀਂ, ਲੇਕਿਨ ਖੇਤ ਦੇ ਵਿੱਚ ਅਸੀਂ ਖੜੇ ਆ, ਇਹ ਲਾਣੀ ਚਾਹੀਦੀ ਸਾਡੇ ਕਾਸ਼ਤਕਾਰਾਂ ਨੂੰ? ਮੇਰੇ ਖਿਆਲ ਵਿੱਚ ਸਾਡੇ ਵਾਸਤੇ ਸਭ ਤੋਂ ਅੱਛਾ ਆਪਸ਼ਨ ਹੈ। ਅੱਛਾ ਜੀ। ਕਿਉਂ? ਸਾਡੇ ਇੱਥੇ ਸਿਰਫ 2 ਆਪਸ਼ਨ ਆ, ਅਸੀਂ ਕਪਾਸ ਬੀਜ ਸਕਦੇ ਹਾਂ, ਜੀ। ਠੀਕ ਹੈ, ਜਾਂ ਕਮਾਦ, ਠੀਕ ਹੈ। ਡਿਸਟ੍ਰਿਕਟ ਬਹਾਵਲ ਨਗਰ ਦੀ ਗੱਲ ਹੋ ਰਹੀ ਹੈ। ਡਿਸਟ੍ਰਿਕਟ ਬਹਾਵਲ ਨਗਰ ਵਾਸਤੇ ਹਾਂਜੀ, ਕਮਾਦ ਪਾਣੀ ਨਾ ਹੋਣ ਦੀ ਵਜ੍ਹਾ ਤੋਂ ਨਾ ਪੈਦਾ ਹੋ ਚੁੱਕੇ। ਸਹੀ ਹੈ ਅਗਰ ਹੋ ਵੀ ਜਾਏ ਬਹੁਤ ਜ਼ਿਆਦਾ ਮਿਹਨਤ ਤੋਂ ਬਾਅਦ ਜੀ। ਮਿੱਲਾਂ ਵਾਲੇ ਲੈਂਦੇ, ਜੀ। ਠੀਕ ਹੈ। ਇੰਨੇ ਕਿਸਾਨ ਮਜਬੂਰ ਹੁੰਦੇ ਆ ਕਿ ਉਹ ਛਲਾਈ ਤੇ ਮਹਿੰਗਾ ਪੈ ਜਾਂਦਾ। ਠੀਕ ਹੈ ਜੀ। ਕਿਰਾਏ ਦੀਆਂ ਟਰਾਲੀਆਂ ਹੁੰਦੀਆਂ 10-10 ਦਿਨ ਉੱਤੇ ਖੜੀਆਂ ਰਹਿੰਦੀਆਂ ਲੈਣਾ ਦੇ ਵਿੱਚ। ਜੀ। ਕਪਾਸ ਉਹ ਵੀ ਪਾਣੀ ਦੀ ਕਮੀ ਦੀ ਵਜ੍ਹਾ ਤੋਂ ਉਹ ਵੀ ਕੋਈ ਅੱਛੀ ਫਸਲ ਨਹੀਂ ਹੈ। ਠੀਕ ਹੈ ਮੇਰੇ ਖਿਆਲ ਦੇ ਵਿੱਚ ਅਗਰ ਪਪੀਤਾ ਇੱਥੇ ਜਿਸ ਹਿਸਾਬ ਨਾਲ ਇੱਥੇ ਲੱਗਾ ਹੋਇਆ ਜੀ। ਕਾਮਯਾਬ ਆ, ਇਹ ਲਾਤਾ ਜਾਵੇ ਤਾਂ ਸਭ ਤੋਂ ਅੱਛਾ ਆਪਸ਼ਨ ਸਾਡੇ ਵਾਸਤੇ। ਫਸਲ ਵੀ ਅੱਛੀ ਆ, ਉਸ ਤੋਂ ਬਾਅਦ ਇਹਦੀ ਪੈਦਾਵਾਰ ਵੀ ਬਹੁਤ ਜ਼ਿਆਦਾ ਅੱਛੀ ਹੈ। ਕਿਉਂ? ਇਹ ਜਿਹੜੀ ਸੂਰਤ ਹਾਲ ਪੌਦਿਆਂ ਦੀ ਨਜ਼ਰ ਆ ਰਹੀ ਆ, ਇਹ ਵਿੱਚ ਤਕਰੀਬਨ ਹਰ ਪੌਦੇ ਦੇ ਨਾਲ ਇਸ ਟਾਈਮ ਜਿਹੜਾ ਸਾਨੂੰ ਫਲ ਨਜ਼ਰ ਆ ਰਿਹਾ ਤਕਰੀਬਨ 20 ਤੋਂ 30 kg ਹੈ ਜੀ। ਅਗਰ ਇਹ ਸਾਰਾ ਸਾਲ ਚੱਲਦਾ ਰਹੇ ਮੇਰੇ ਖਿਆਲ ਦੇ ਵਿੱਚ 3 ਮਣ ਤੋਂ 4 ਮਣ ਤੱਕ ਹੋ ਸਕਦਾ ਪੂਰੇ ਸਾਲ 'ਚ ਇੱਕ ਪੌਦੇ ਦੀ? ਇੱਕ ਪੌਦੇ ਦੀ। ਤੇ ਇੱਕ ਪੈਲੀ 'ਚ ਪੌਦੇ ਕਿੰਨੇ? 2000 ਦੱਸਿਆ? ਇੱਕ ਪੈਲੀ ਦੇ ਵਿੱਚ ਪੌਦਾ 1200 ਲੱਗਿਆ। 1200 ਲੱਗਿਆ ਜੀ। ਤੇ ਇਸ ਹਿਸਾਬ ਨਾਲ ਇਹਦਾ ਰੇਟ ਵੀ ਅੱਛਾ ਹੈ, ਤਕਰੀਬਨ 3000 ਤੋਂ 4000 ਤੱਕ ਰੇਟ ਆ। ਜੀ। ਠੀਕ ਹੈ, ਮੇਰੇ ਖਿਆਲ 'ਚ ਸਭ ਤੋਂ ਅੱਛਾ option ਠੀਕ ਹੋਇਆ ਜੀ। ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਥੈਂਕ ਯੂ। ਨੁਮਾਨ ਸਾਹਿਬ, ਸ਼ਾਹ ਸਾਹਿਬ। ਇੱਕ ਮੈਨੂੰ ਗੱਲ ਹੋਰ ਦੱਸੋ ਨੁਮਾਨ ਸਾਹਿਬ, ਅਗਰ ਸਾਡੇ ਆਮ ਕਾਸ਼ਤਕਾਰ ਲਾਣਾ ਚਾਹਣ, ਤੁਹਾਡੇ ਤੋਂ ਕੋਈ ਰਹਿਨਮਾਈ ਚਾਹਣ, ਤੁਸੀਂ ਰਹਿਨਮਾਈ ਦਿਓਗੇ? ਜੀ ਬਿਲਕੁਲ ਇਨਸ਼ਾਅੱਲਾ। ਉਹਨਾਂ ਦੀ ਕੀ ਹੈਲਪ ਕਰੋਗੇ ਤੁਸੀਂ? ਜਿਸ ਤਰੀਕੇ ਦੀ ਸਾਡੇ ਕੋਲ ਰਹਿਨਮਾਈ ਪੁੱਛਣਗੇ ਅਸੀਂ ਬਿਲਕੁਲ ਹਰ ਚੀਜ਼ ਦਾ। ਯਾਨੀ ਅਗਰ ਕਿਸੇ ਨੂੰ ਬੀਜ ਚਾਹੀਦਾ ਹੋਵੇ ਤੁਸੀਂ ਦੱਸੋਗੇ ਫਲਾਣ ਜਗ੍ਹਾ ਤੋਂ ਲਵੋ। ਇਨਸ਼ਾਅੱਲਾ। ਅਗਰ ਕਿਸੇ ਨੂੰ ਕੋਈ ਮਸਲਾ ਹੋਵੇ ਤੁਸੀਂ ਆਪਣੇ ਤਜਰਬੇ ਤੋਂ? ਬਿਲਕੁਲ ਇਨਸ਼ਾਅੱਲਾ, ਜਿੰਨੇ ਜੋਗੇ ਅਸੀਂ ਆਵਾਂ ਅਸੀਂ ਪੂਰਾ ਤਾਵਨ ਕਰਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਚੌਧਰੀ ਨੁਮਾਨ ਸਾਹਿਬ, ਰਾਣਾ ਸ਼ਾਹਿਦ ਸਾਹਿਬ, ਤੇ ਇੱਧਰ ਮੇਰੇ ਖੜੇ ਨੇ ਜੀ ਡਾਕਟਰ ਖੁਰਮ ਸਾਹਿਬ। ਅਸਲਾਮ ਅਲੈਕਮ ਜੀ। ਨਾਲੇ ਅਗਲੇ ਦਿਨ ਇਹ ਤਰਾਈ ਕਰਾਈ ਇਹਨਾਂ। ਦੇਖੋ ਨਾ ਜੀ ਕਿਸ ਤਰ੍ਹਾਂ ਰਿਚ ਆ, ਭਰਿਆ ਪਿਆ ਪੌਦਾ। ਔਰ ਤੇ ਆ ਵੇਖੋ ਨਾ, ਇਹ ਇੱਥੋਂ ਪੌਦੇ ਨੇ ਲੱਗੇ। ਅੱਛਾ ਜੀ, ਕਿਹੜੀ ਜਗ੍ਹਾ ਤੋਂ ਦੁਬਾਰਾ ਦੱਸਿਓ? ਇਸ ਜਗ੍ਹਾ ਤੋਂ। ਇਸ ਜਗ੍ਹਾ ਤੋਂ ਲੱਗਣਾ ਸ਼ੁਰੂ ਹੋਇਆ? ਅੱਗੋਂ ਜੋ ਸਟੈਪ ਬਾਈ ਸਟੈਪ ਆ ਜਿਹੜੇ ਸਟੈਪ ਨਜ਼ਰ ਆ ਰਹੇ ਆ ਸਾਰੇ ਦਾਣੇ ਕਟਾਈ ਹੋਈ ਜਿਹਨਾਂ। ਅੱਛਾ, ਇਹ ਦਾਣੇ ਜਿਹੜੇ ਤੋੜਦੇ ਗਏ? ਤਕਰੀਬਨ ਇੱਕ ਗਿੱਠ ਦਾ ਪੌਦਾ ਨਹੀਂ ਸੀ ਜਦੋਂ ਇਹਨੂੰ ਫਲ ਚੁੱਕਿਆ। ਅੱਛਾ ਜੀ, ਇਹ ਤਾਂ ਬਹੁਤ ਅੱਛੀ ਬਾਤ ਹੈ ਜੀ। ਸਾਡੇ ਕਾਸ਼ਤਕਾਰ ਨੂੰ ਚਾਹੀਦਾ ਇਹ ਕੰਮ ਜ਼ਰੂਰ ਕਰੇ। ਆ ਦੇਖੋ ਸਟੈਪ ਬਾਈ ਸਟੈਪ ਇਹਦੀ ਕਟਾਈ ਹੋ ਗਈ। ਠੀਕ ਹੈ ਜੀ। ਔਰ ਬੜਾ ਵੱਡਾ ਹੋ ਗਿਆ ਆ ਮਾਰਕੀਟ ਦੇ ਇਹ ਵਿੱਚ। ਸਾਈਜ਼ ਹੁਣ ਸਰਦੀ ਦੀ ਵਜ੍ਹਾ ਤੋਂ ਥੋੜਾ ਛੋਟਾ ਹੈ, ਲੇਕਿਨ ਇਹਦਾ ਸਾਈਜ਼ ਤਕਰੀਬਨ 4 ਕਿਲੋ ਤੱਕ, 3.5-4 ਕਿਲੋ ਤੱਕ ਪਹੁੰਚਦਾ। ਅੱਛਾ ਨੁਮਾਨ ਸਾਹਿਬ, ਇੱਕ ਹੋਰ ਦੱਸਿਓ, ਇਹ ਚ ਖਾਦਾਂ ਕਿਹੜੀਆਂ ਪਾਣੀਆਂ ਪੈਂਦੀਆਂ? ਖਾਦਾਂ ਆਪਣਾ ਯੂਰੀਆ ਘੱਟ ਇਸਤੇਮਾਲ ਕੀਤੀ ਜਾਂਦੀ ਜੇ, ਡੀਏਪੀ ਜ਼ਿਆਦਾ ਕੀਤੀ ਜਾਂਦੀ, ਅਮੋਨੀਅਮ ਸਲਫੇਟ ਆਪਣਾ ਜ਼ਿਆਦਾ ਇਸਤੇਮਾਲ ਕੀਤੀ ਜਾਂਦੀ, ਪੋਟਾਸ਼ ਫਾਸਫੋਰਸ ਜਿਹੜੀ ਹੈ ਜ਼ਿਆਦਾ ਕੀਤੀ ਜਾਂਦੀ ਹੈ। ਫਲ ਦੇ ਮੋਟੇ ਹੋਣ। ਜੀ ਜੀ, ਬਹੁਤ ਸ਼ੁਕਰੀਆ ਜੀ। ਇਹ ਅਸੀਂ ਹੈਗੇ ਆ 76 ਮਰਾਦ, ਤਹਿਸੀਲ ਚਿਸ਼ਤੀਆਂ, ਡਿਸਟ੍ਰਿਕਟ ਬਾਬਰ ਨਗਰ। ਆ ਪੇਟੀਆਂ ਪਈਆਂ ਜਿਹਨਾਂ ਪੈਕ ਕਰਕੇ ਭੇਜਣਾ ਹੁੰਦਾ। ਇਹ ਕੀ ਬਣਾਇਆ ਗਿਆ ਜੀ? ਇਹ ਚੂਨਾ ਤੇ ਉਹ ਜਿਹੜਾ ਹੁੰਦਾ ਨੀਲਾ ਥੋਥਾ ਮਿਲਾ ਉਹ ਮਿਲਾ ਕੇ ਬਣਾਇਆ ਗਿਆ ਜੀ ਇਹ ਪੇਸਟ। ਔਰ ਇਹ ਨਾਲ ਕਾਸ਼ਤ ਕੀਤੀ ਗਈ ਹੈ ਛੋਲਿਆਂ ਦੀ ਫਸਲ, ਜਿਹਨੂੰ ਚਨੇ ਕਹਿੰਦੇ। ਔਰ ਪਾਣੀ ਦਾ ਟੋਭਾ ਡੰਗਰਾਂ ਵਾਸਤੇ। ਇਹ ਸਾਡੇ ਪੁਰਾਣਾ ਕਲਚਰ ਡੇਰਿਆਂ ਦਾ
ਡੰਗਰ ਹਰ ਘਰ ਨੇ ਰੱਖੇ ਹੁੰਦੇ ਆ। ਨਾਲ ਬੇਰੀ ਦਾ ਬਹੁਤ ਬੜਾ ਦਰਖਤ ਆ, ਹਜੇ ਛੋਟੇ ਛੋਟੇ ਬੇਰ ਲੱਗੇ ਆ ਲੇਕਿਨ ਭਰੀ ਪਈ ਆ। ਇੱਥੇ ਬਿਜਲੀ ਨਹੀਂ ਹੈ, ਟੋਕਾ ਪੀਟਰ ਤੇ ਲਗਾਇਆ ਹੈ ਇਹਨਾਂ ਨੇ। ਇਹ ਜੀ ਟਨਲ ਬਣਾਈ ਗਈ ਜਿੱਥੇ ਪਨੀਰੀਆਂ ਲਾਈਆਂ ਗਈਆਂ। ਇੱਥੇ ਅਗਰ ਥੋੜਾ ਜਿਹੀ ਜਗ੍ਹਾ ਹੋਵੇ, ਮੈਂ ਲੋ ਜੋ ਇੱਕ ਜਗ੍ਹਾ ਇਹ ਨਹੀਂ ਕਰ ਚਲੋ ਇਤਨਾ ਇੱਕ ਸਾਈਡ ਤੋਂ ਇਹ ਵਿੱਚ ਨਜ਼ਰ ਆ ਰਹੀ ਜੀ, ਬਸ ਠੀਕ ਇਹ ਨਜ਼ਰ ਆ ਰਹੀ ਹੈ। ਨਹੀਂ, ਇਹਨੂੰ ਖਰਾਬ ਨਹੀਂ ਅਸੀਂ ਕਰਦੇ। ਇਹਦਾ ਸਰਦੀ ਹੈ ਨਾ, ਸਰਦੀ ਦੇ ਵਿੱਚ ਬਹੁਤੇ ਫਿਰ ਮੁਰਝਾ ਜਾਂਦੇ ਨੇ। ਇਹਨੂੰ ਹਾਂਜੀ। heat ਚਾਹੀਦੀ ਜੀ। ਨਮਾਨ ਸਾਹਿਬ, ਇਹ ਕਿਹੜੀ ਨਸਲ ਹੈ? ਕੀ ਇਹਦੀ ਕਿਸਮਾਂ ਵੀ ਹੁੰਦੀਆਂ? ਜੀ ਇਹਦੀਆਂ ਕਿਸਮਾਂ ਹੁੰਦੀਆਂ ਨੇ। ਇਹ ਜਿਹੜਾ ਕਾਸ਼ਤ ਹੋਇਆ ਇਹ ਹਾਂਜੀ, ਇਹ ਜਿਹੜਾ ਹੈ ਸਾਰਾ ਰੈੱਡ ਲੇਡੀ ਜੇ। ਰੈੱਡ ਲੇਡੀ। ਹਾਂਜੀ। ਅੱਛਾ ਜੀ, ਇਹਦੇ ਤੋਂ ਇਲਾਵਾ ਵੀ ਕਿਸਮਾਂ? ਇਹ ਜਾਨੀ ਇਹ ਤਾਂ ਬਹੁਤ ਵਧੀਆ ਹੈ। ਬਾਅਦ ਉਹ ਦੂਸਰਾ ਹੈਗਾ ਇਹਦਾ ਨਾਂ ਕੀ ਉਹ ਮਿੱਠਾ ਬਹੁਤ ਹੁੰਦਾ ਉਹ। ਰਾਇਲ ਹਾਂ, ਉਹ ਆਇਆ ਹੈ। ਉਹ ਕਿਉਂ ਨਹੀਂ ਲਾਇਆ ਤੁਸੀਂ? ਉਹ ਇਹਨਾਂ ਨੇ ਲਾਇਆ ਹੈਗਾ, ਦੂਸਰਾ ਭਾਈ ਹੋਰਾਂ ਨੇ ਇਹਨਾਂ ਨੇ। ਲਵਾਈ ਜੇ ਪਨੀਰੀ ਉਹਦੇ ਕੁਝ ਚੰਦ ਬੂਟੇ 10-10 20-20 ਲਾਵਾਂਗੇ ਏਕੜ ਦੇ ਵਿੱਚ, ਜੀ। ਜਿਹੜੇ ਆਪਣੇ ਇਸਤੇਮਾਲ ਵਾਸਤੇ ਵੀ ਉਹਨਾਂ ਦਾ ਨਾਲ ਤਜਰਬਾ ਹੋ ਜਾਏਗਾ ਜੀ। ਅੱਛਾ, ਮੈਂ ਇੱਕ ਹੋਰ ਗੱਲ ਦੇਖ ਰਿਹਾ, ਜੀ ਆ ਜਿਹੜੀ ਟਨਲ ਬਣਾਈ ਆ, ਜੀ ਇਹ ਗੰਨਾ ਹੈ ਜਾਂ ਬਾਂਸ ਆ? ਬਾਂਸ ਹੈ ਜੀ। ਹਾਂਜੀ, ਹਰਾ ਬਾਂਸ ਜਿਹੜਾ ਨਾ ਆਪ ਹੀ ਬਣਾ ਲਈ, ਬਜਾਏ ਇਸ ਦੇ ਕਿ ਬਾਜ਼ਾਰੋਂ ਤੁਸੀਂ ਮਹਿੰਗਾ ਸਰੀਆ ਲਿਆਓ। ਬਿਲਕੁਲ ਆਪ ਹੀ ਹਾਂਜੀ, ਆਪ ਹੀ ਲਾ ਲਓ। ਵਾਂਸ ਉਹ ਖੋਤਾ ਸੀ, ਹਾਂਜੀ। ਅਸੀਂ ਉਹਦੇ ਨਾਲ ਤਿਆਰ ਕੀਤਾ ਜੀ। ਠੀਕ ਹੋ ਗਿਆ, ਆਪਣਾ ਹੀ। ਹਾਂਜੀ। ਇਹਦਾ ਨਾਂ ਕੀ ਦੱਸਿਆ ਪਨੀਰੀ ਦਾ? ਰੈੱਡ ਲੇਡੀ। ਰੈੱਡ ਲੇਡੀ। ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ। ਅਸਲਾਮ ਵਾਲੇਕੁਮ। ਉਧਰ ਬਾਗ ਤੋਂ